ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ। ਚਰਨ ਕਵਲ ਵਿੱਚ ਪਦਮ ਹੈ, ਝਿਲ ਮਿਲ ਝਲਕੇ ਵਾਂਗੀ ਤਾਰੇ। ਬਦਕ ਆਇਆ ਭਾਲਦਾ ਮਿਰਗੈ, ਬਦਕ ਆਇਆ ਭਾਲਦਾ ਮਿਰਗੈ। ਜਾਨ ਬਾਣ ਲੈ ਮਾਰੀ, ਦਰਸ਼ਨ ਡਿਠੋਸ ਜਾਏ ਕੈ। ਕਰਨ ਪਲਾਵ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ। ਅਣਗੁਣ ਕੀਤਾ ਹਰ ਨ ਚਿਤਾਰੀ, ਕਰ ਕਿਰਪਾ ਸੰਤੋਖਿਆ। ਪਤਤ ਉਦਾਹਰਣ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨੀਅਨ। ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰਿੰਦੇ ਪਤਿਤ ਉਧਾਰੇ। ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ। ਪਾਪ ਕਰਿੰਦੇ ਪਤਿਤ ਉਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਗੁਰੂ ਪਿਆਰੀ, ਗੁਰੂ ਸਵਾਰੀ ਸੰਗਤ ਜੀਓ, ਆਪਾਂ ਰਲ ਮਿਲ ਕੇ ਭਾਈ ਗੁਰਦਾਸ ਜੀ ਦੀ ਵਾਰ ਦਾ ਪਾਠ ਸਰਵਣ ਕੀਤਾ ਹੈ। ਆਓ ਇਸ ਵਾਰ ਦੇ ਆਧਾਰ 'ਤੇ ਜੋ ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਬਦਕ ਜੀ ਦੀ ਸਾਖੀ ਸਾਂਝੀ ਕਰਦੇ ਹਾਂ। ਬਦਕ ਵੀ ਦੋ ਹੋਏ ਹਨ ਤੇ ਦੋਹਾਂ ਦੇ ਪ੍ਰਸੰਗ ਹੀ ਬਹੁਤ ਮਸ਼ਹੂਰ ਹਨ। ਇੱਕ ਬਦਕ ਸ਼ਿਕਾਰੀ ਉਹ ਸੀ ਜਿਸ ਨੇ ਜੰਗਲ ਵਿੱਚੋਂ ਸ਼ਿਕਾਰ ਮਾਰਿਆ ਤੇ ਘਰ ਨੂੰ ਜਾਂਦੇ ਨੇ ਰਸਤੇ ਵਿੱਚ ਸੰਤਾਂ ਨੂੰ ਵੇਖਿਆ ਤਾਂ ਪਤਾ ਨਹੀਂ ਮਨ ਵਿੱਚ ਕੀ ਖਿਆਲ ਉੱਠਿਆ ਕਿ ਇੱਕ ਹਿਰਨ ਉਹਨਾਂ ਦੇ ਅੱਗੇ ਲਿਆ ਸੁੱਟਿਆ। ਸੰਤਾਂ ਅੱਗੇ ਬੇਨਤੀ ਕੀਤੀ ਉਹ ਕਿ ਮੇਰੀ ਇਹ ਭੇਟਾ ਪ੍ਰਵਾਨ ਕਰੋ। ਸੰਤਾਂ ਨੇ ਮੁਰਦਾ ਹਰਨ ਆਪਣੇ ਅੱਗੇ ਪਿਆ ਵੇਖਿਆ ਤਾਂ ਪੁੱਛਣ ਲੱਗੇ, ਭਾਈ ਇਹ ਕੀ ਭੇਟਾ ਲਿਆਇਆ ਹੈ? ਮਹਾਰਾਜ, ਇਹ ਮਾਸ ਬਣਾ ਕੇ ਖਾਓ। ਹਿਰਨ ਦੇ ਮਾਸ ਨੂੰ ਤਾਂ ਬੜੇ ਬੜੇ ਰਾਜੇ ਮਹਾਰਾਜੇ ਖਾਣ ਨੂੰ ਤਰਸਦੇ ਹਨ। ਇਸੇ ਲਈ ਮੈਂ ਇਹ ਚੰਗੀ ਚੀਜ਼ ਜਾਣ ਕੇ ਆਪ ਜੀ ਦੀ ਭੇਟਾ ਕੀਤੀ ਹੈ। ਸੰਤਾਂ ਨੇ ਵੇਖਿਆ ਕਿ ਇਹ ਇੱਕ ਜੀਵ ਮਾਰਨ ਵਾਲਾ ਸ਼ਿਕਾਰੀ ਹੈ। ਪਤਾ ਨਹੀਂ ਇਸ ਜੀਵ ਮਾਰਨ ਵਾਲੇ ਹਿੰਸਕ ਆਦਮੀ ਨੇ ਮਨ ਵਿੱਚ ਭੇਟਾ ਦੇਣ ਦਾ ਖਿਆਲ ਕਿਵੇਂ ਪੈਦਾ ਹੋ ਗਿਆ, ਪਰ ਫਿਰ ਵੀ ਸਾਡੇ ਪਾਸ ਆਇਆ ਹੈ, ਇਸ ਲਈ ਜੇ ਇਸ ਨੂੰ ਮੰਨ ਵੀ ਲਵੇ ਤਾਂ ਐਸੀ ਗੱਲ ਕਹੋ ਕਿ ਇਸ ਦਾ ਉਧਾਰ ਹੀ ਹੋ ਜਾਵੇ। ਇਸ ਦੇ ਅਨੁਕੂਲ ਹੀ ਸੇਵਾ ਤੇ ਸਿਮਰਨ ਦਾ ਉਪਦੇਸ਼ ਇਸ ਨੂੰ ਦੇਣਾ ਚਾਹੀਦਾ ਹੈ। ਇਹ ਸੋਚ ਕੇ ਉਹਨਾਂ ਨੇ ਕਿਹਾ, ਭਾਈ ਪ੍ਰੇਮੀਆਂ, ਇਹ ਮਾਸ ਸਾਡੇ ਕੰਮ ਦਾ ਨਹੀਂ ਹੈ। ਅਸੀਂ ਮਾਸ ਆਹਾਰੀ ਨਹੀਂ, ਪਰ ਹਾਂ ਜੇ ਤੂੰ ਚਤੁਰਭੁਜ ਪੰਛੀ ਨੂੰ ਸਾਨੂੰ ਜਿਉਂਦਾ ਫੜ ਕੇ ਲਿਆ ਦੇਵੇਂ ਤਾਂ ਤੇਰੀ ਭੇਟਾ ਜ਼ਰੂਰ ਪ੍ਰਵਾਨ ਕਰਾਂਗੇ ਤੇ ਸਮਝਾਂਗੇ ਕਿ ਤੂੰ ਸੱਚਾ ਸੰਤ ਸੇਵੀ ਹੈ। ਸੋ ਜਾ, ਹੁਣ ਸਾਨੂੰ ਚਤੁਰਭੁਜ ਪੰਛੀ ਫੜ ਕੇ ਲਿਆ ਦੇ। ਅਜਿਹੇ ਪੰਛੀ ਦਾ ਉਸਨੇ ਅੱਗੇ ਕਦੀ ਨਾਂ ਨਹੀਂ ਸੀ ਸੁਣਿਆ ਤੇ ਪਤਾ ਵੀ ਨਹੀਂ ਕਿ ਉਹ ਕਿਹੋ ਜਿਹਾ ਹੁੰਦਾ ਹੈ, ਕਿੱਥੇ ਰਹਿੰਦਾ ਹੈ। ਇਸ ਲਈ ਪੁੱਛਣ ਲੱਗਾ, ਸੰਤ ਜੀ, ਮਹਾਰਾਜ ਜੀ, ਮੈਨੂੰ ਇਹ ਦੱਸ ਦਿਓ ਕਿ ਇਹ ਪੰਛੀ ਫਲਾਣੇ ਜੰਗਲ ਵਿੱਚ ਹੈ ਜਾਂ ਫਲਾਣੇ ਦੇਸ਼ ਦੇ ਜੰਗਲ ਵਿੱਚੋਂ ਮਿਲੇਗਾ, ਤਾਂ ਮੈਂ ਉੱਥੇ ਜਾ ਕੇ ਹੀ ਇਸ ਨੂੰ ਫੜ ਲਿਆਵਾਂਗਾ। ਪਰ ਮੈਨੂੰ ਪਤਾ ਨਹੀਂ, ਇਸ ਲਈ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ ਤੇ ਮੈਂ ਆਪ ਦੇ ਇਸ ਹੁਕਮ ਦੀ ਪਾਲਣਾ ਜ਼ਰੂਰ ਕਰਾਂਗਾ।
ਸੰਤਾਂ ਨੇ ਵੇਖਿਆ ਕਿ ਕੁਝ ਪ੍ਰੇਮ ਇਸ ਦਾ ਜਾਗ ਰਿਹਾ ਹੈ, ਤਾਂ ਕਹਿਣ ਲੱਗੇ, ਇੱਕ ਹੋਰ ਗੱਲ ਈ, ਜਗ੍ਹਾ ਤੈਨੂੰ ਅਸੀਂ ਦੱਸ ਦਿੰਦੇ ਹਾਂ, ਪਰ ਜਿੰਨਾ ਚਿਰ ਤੂੰ ਚਤੁਰਭੁਜ ਨਾ ਫੜ ਲਵੇਂ, ਓਨਾ ਚਿਰ ਕਿਸੇ ਹੋਰ ਜਾਨਵਰ ਨੂੰ ਨਾ ਫੜੀ ਤੇ ਨਾ ਮਾਰੀ। ਜੇ ਤੂੰ ਇਸ ਪ੍ਰਣ ਤੇ ਪੱਕਾ ਰਹੇਗਾ ਤਾਂ ਉਹ ਪੰਛੀ ਤੈਨੂੰ ਜ਼ਰੂਰ ਮਿਲ ਪਵੇਗਾ। ਬਨਾਰਸ ਦੇ ਆਸ-ਪਾਸ ਜੰਗਲ ਵਿੱਚ ਇਹ ਪੰਛੀ ਆਮ ਕਰਕੇ ਫਿਰਦਾ ਹੈ, ਹੋਰ ਕਿਤੇ ਨਹੀਂ। ਚੰਗਾ ਜੀ, ਇਹ ਕਹਿ ਕੇ ਬਦਕ ਸ਼ਿਕਾਰੀ ਤੁਰ ਪਿਆ ਤੇ ਬਨਾਰਸ ਦੇ ਆਲੇ ਦੁਆਲੇ ਜੰਗਲ ਵਿੱਚ ਆਪਣਾ ਜਾਲ ਲਾ ਕੇ ਚਤੁਰਭੁਜ ਪੰਛੀ ਦੀ ਉਡੀਕ ਕਰਨ ਲੱਗਾ। ਸੰਤਾਂ ਨੇ ਕਿਹਾ ਸੀ, ਉਹ ਪੀਲੇ ਰੰਗ ਦਾ ਹੋਵੇਗਾ ਤੇ 4 ਬਾਹਾਂ ਵਾਲਾ ਹੋਵੇਗਾ। ਸੋ ਭੋਲਾ ਸ਼ਿਕਾਰੀ ਪ੍ਰੇਮ ਵਸ ਹੋਇਆ ਆਪਣੇ ਕੰਮ ਵਿੱਚ ਜੁਟ ਪਿਆ। 1 ਦਿਨ, 2 ਦਿਨ ਤੇ 4 ਦਿਨ ਲੰਘ ਗਏ, ਪਰ ਅਜਿਹਾ ਪੰਛੀ ਉਸ ਨੂੰ ਕਿੱਥੋਂ ਮਿਲਣਾ ਸੀ। ਲੱਭ ਕੇ ਖਪ ਗਿਆ, ਪਰ ਕਿਤੇ ਨਾ ਮਿਲਿਆ। ਭਾਗ ਚੰਗੇ ਜਾਣੋ ਜਾਂ ਪੂਰਨ ਸੰਤਾਂ ਦੇ ਮਿਲਣ ਦਾ ਇਹ ਪ੍ਰਤਾਪ ਜਾਣੋ ਕਿ ਉਸਨੇ ਦਿਲ ਨਾ ਛੱਡਿਆ, ਸਗੋਂ ਪ੍ਰਣ ਕਰ ਲਿਆ ਕਿ ਜਾਂ ਤਾਂ ਉਸ ਪੰਛੀ ਨੂੰ ਲੱਭਾਂਗਾ ਜਾਂ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ ਤੇ ਅੰਨ ਜਲ ਉਤਨਾ ਚਿਰ ਨਹੀਂ ਛਕਣਾ। ਇੱਕ ਅਲੱਭ ਚੀਜ਼ ਨੂੰ ਲੱਭਣ ਲਈ ਉਸਨੇ ਇਹ ਪ੍ਰਣ ਕਰ ਲਿਆ, ਪਰ ਸਿਦਕ ਭਰੋਸਾ ਤੇ ਲੱਗਣ ਹਰ ਅਸੰਭਵ ਚੀਜ਼ ਨੂੰ ਸੰਭਵ ਬਣਾ ਦਿਆ ਕਰਦੀ ਹੈ। ਪ੍ਰਭੂ ਇੱਕ ਅਗੰਮ ਤੇ ਅਗੋਚਰ ਵਸਤੂ ਹੈ, ਜਿਸ ਨੂੰ ਪ੍ਰਾਪਤ ਕਰਨ ਦੀ, ਦੇਖਣ ਦੀ ਸਰੀਰ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ਨਾ ਕੋਈ ਤਾਕਤ ਨਾਲ ਜਾਂ ਕਿਸੇ ਹੋਰ ਯਤਨ ਨਾਲ ਹੀ ਕੰਮ ਨੂੰ ਕਰ ਸਕੀਦਾ ਹੈ, ਪਰ ਇੱਕ ਪ੍ਰੇਮ ਅਤੇ ਸਿਦਕ ਭਰੋਸੇ ਦਾ ਰਸਤਾ ਹੈ, ਜਿਸ ਰਸਤੇ ਤੇ ਚੱਲਣ ਵਾਲਾ ਉਸ ਪ੍ਰਭੂ ਦੇ ਦਰਸ਼ਨ ਕਰ ਸਕਦਾ ਹੈ ਤੇ ਉਸ ਵਿੱਚ ਅਭੇਦ ਹੋ ਸਕਦਾ ਹੈ। ਜਿਵੇਂ ਨਦੀਆਂ ਸਮੁੰਦਰ ਨੂੰ ਜਾਂਦੀਆਂ ਜਾ ਮਿਲਦੀਆਂ ਹਨ, ਇਸੇ ਤਰ੍ਹਾਂ ਹੀ ਇਹ ਬਦਕ ਸ਼ਿਕਾਰੀ ਨੇ ਹਫ਼ਤਾ ਕੋ ਜਦ ਇੱਦਾਂ ਹੀ ਕੱਟਿਆ, ਤਾਂ ਹੁਣ ਭੁੱਖ ਦੇ ਕਾਰਨ ਉਹ ਨਿਢਾਲ ਹੋ ਗਿਆ ਤੇ ਜਾਲ ਲਾ ਕੇ ਕਿਸੇ ਦਰਖਤ ਨਾਲ ਢੋ ਲਾ ਕੇ ਬੈਠ ਜਾਂਦਾ ਤੇ ਜਾਲ ਵੱਲ ਵੇਖਦਾ ਰਹਿੰਦਾ। ਖੌਰੇ ਹੁਣੇ ਹੀ ਚਤੁਰਭੁਜ ਪੰਛੀ ਇਸ ਵਿੱਚ ਆ ਫਸੇ। ਉਸ ਦੀ ਇਸ ਕਠਨ ਘਾਲਣਾ ਨੂੰ ਵੇਖ ਕੇ ਭਗਵਾਨ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੋ ਗਏ। ਭਾਵਨਾ ਦੇ ਪੁਜਾਰੀ ਭਗਵਾਨ ਨੂੰ ਹੁਣ ਚਤੁਰਭੁਜ ਪੰਛੀ ਬਣਨਾ ਪੈ ਗਿਆ। 8ਵੇਂ ਦਿਨ ਜਦੋਂ ਦਰਖਤ ਨਾਲ ਢੋ ਲਾਈ ਬੈਠਾ ਸੀ ਤੇ ਭਗਵਾਨ ਚਤੁਰਭੁਜ ਪੰਛੀ ਦੇ ਰੂਪ ਵਿੱਚ ਉਸ ਦੇ ਸਾਹਮਣੇ ਆ ਗਏ। ਸੰਤਾਂ ਦੇ ਦੱਸੇ ਅਨੁਸਾਰ ਪੰਛੀ ਪੀਲੇ ਰੰਗ ਦਾ ਤੇ 4 ਬਾਹਾਂ ਵਾਲਾ ਮਨੁੱਖ ਦੇ ਆਕਾਰ ਦਾ ਸੀ। ਸ਼ਿਕਾਰੀ ਨੂੰ ਵੇਖਦਿਆਂ ਹੀ ਭੁੱਖ ਭੁੱਲ ਗਈ। ਨਿਢਾਲਤਾ ਦੇ ਵਿੱਚ ਹੀ ਐਸੀ ਉਮੰਗ ਭਰੀ ਲਹਿਰ ਉੱਠੀ ਕਿ ਉਹ ਜਾਲ ਦੇ ਕੋਲ ਜਾ ਕੇ ਉਸ ਪੰਛੀ ਵੱਲ ਅੱਗੇ ਕਰਨ ਲੱਗ ਪਿਆ। ਜਿਵੇਂ ਉਹ ਜਾਲ ਅੱਗੇ ਕਰੇ, ਭਗਵਾਨ ਵੀ ਉੱਦਾਂ ਹੀ ਟਪੂਸੀਆਂ ਮਾਰ ਕੇ ਪੰਛੀ ਵਾਂਗ ਕਦੀ ਇੱਧਰ ਤੇ ਕਦੀ ਉੱਧਰ ਹੋਣ ਲੱਗੇ। ਪਰ ਅਖੀਰ 2-4 ਮਿੰਟ ਆਪਣੇ ਭਗਤ ਬਦਕ ਨਾਲ ਖੇਲ ਕੁੱਦ ਕੇ ਫਿਰ ਉਸ ਜਾਲ ਵਿੱਚ ਆਪੇ ਹੀ ਆਣ ਵੜੇ। ਹੁਣ ਸ਼ਿਕਾਰੀ ਨੂੰ ਇੰਨੀ ਖੁਸ਼ੀ ਚੜ੍ਹੀ ਕਿ ਉਸਨੇ ਪੰਛੀ ਨੂੰ ਬੰਨ੍ਹ ਲਿਆ ਤੇ ਕਿੰਨਾ ਸਾਰਾ ਭਾਰ ਚੁੱਕ ਕੇ ਉਹ ਸੰਤਾਂ ਵੱਲ ਲੈ ਤੁਰਿਆ। ਹੋਰ ਪੰਛੀ ਇਸ ਤੋਂ ਪਹਿਲੇ ਜਿੰਨੇ ਵੀ ਉਸਦੇ ਜਾਲ ਵਿੱਚ ਫਸੇ ਸਨ, ਉਹ ਸਾਰੇ ਉਹ ਛੱਡੀ ਗਿਆ ਸੀ। ਕਿਸੇ ਨੂੰ ਮਾਰ ਕੇ ਘਰ ਭੇਜਣ ਦਾ ਯਤਨ ਨਹੀਂ ਸੀ ਕੀਤਾ, ਸਗੋਂ ਘਰ ਨੂੰ ਉਸਨੇ ਇੰਨਾ ਚਿਰ ਭੁਲਾ ਹੀ ਛੱਡਿਆ। ਜਦ ਸ਼ਿਕਾਰੀ ਚਤੁਰਭੁਜ ਪੰਛੀ ਨੂੰ ਬੰਨ੍ਹ ਕੇ ਆਪਣੇ ਬੜੇ ਪ੍ਰੇਮ ਨਾਲ ਪਿੱਠ ਤੇ ਰੱਖ ਕੇ ਸੰਤਾਂ ਕੋਲ ਆਇਆ ਤੇ ਅੱਗੇ ਰੱਖ ਕੇ ਕਹਿਣ ਲੱਗਾ, ਲਓ ਸੰਤ ਜੀ, ਦੇਖੋ ਖਾਂ, ਇਹੀ ਚਤੁਰਭੁਜ ਪੰਛੀ ਹੈ ਜਿਸ ਨੂੰ ਫੜਨ ਲਈ ਆਪ ਜੀ ਨੇ ਆਖਿਆ ਸੀ। ਵਾਹ ਭਗਵਾਨ, ਇਹ ਕੀ! ਉੱਠ ਕੇ ਸੰਤ ਜੀ ਚਤੁਰਭੁਜ ਭਗਵਾਨ ਦੇ ਪੈਰੀਂ ਜਾ ਪਏ ਤੇ ਭਗਵਾਨ ਰੱਸੀਆਂ ਵਿੱਚ ਬੱਧੇ ਹੀ ਮੁਸਕਰਾ ਕੇ ਆਖਣ ਲੱਗੇ, ਸੰਤ ਜੀ, ਇਹ ਬਦਕ ਵੱਡਾ ਮੇਰਾ ਪੁਜਾਰੀ ਹੈ, ਜਿਸ ਨੇ ਮੇਰਾ ਪਿੱਛਾ ਕੀਤਾ ਤੇ ਨਾ ਮਿਲਣ ਤੇ ਪ੍ਰਾਣ ਤਿਆਗ ਦੇਣ ਦਾ ਪ੍ਰਣ ਕੀਤਾ ਸੀ।
ਇਸ ਲਈ ਕੀ ਕਰਦੇ, ਜਿਵੇਂ ਹੀ ਇਹ ਚਾਹੁੰਦਾ ਸੀ ਉਵੇਂ ਹੀ ਸਾਨੂੰ ਇਸ ਦੇ ਜਾਲ ਵਿੱਚ ਆਉਣਾ ਪਿਆ। ਇਹ ਗੱਲ ਸੁਣ ਕੇ ਬਦਕ ਵੀ ਨਿਹਾਲ ਹੋ ਗਿਆ ਤੇ ਚਤੁਰਭੁਜ ਦੀ ਚਰਨੀ ਜਾ ਲੱਗਾ। ਸੰਤਾਂ ਦੀ ਬਦੌਲਤ ਬਦਕ ਤੇ ਬਦਕ ਦੀ ਬਦੌਲਤ ਸੰਤਾਂ ਨੂੰ ਭਗਵਾਨ ਦੇ ਦਰਸ਼ਨ ਹੋ ਗਏ। ਭਾਈ ਗੁਰਦਾਸ ਜੀ ਨੇ ਹੋਰ ਬਦਕ ਦਾ ਪ੍ਰਸੰਗ ਵੀ ਲਿਖਿਆ ਹੈ। ਲਓ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ, ਕਿਉਂਕਿ ਬਦਕ ਦੋ ਹੋਏ ਹਨ। ਇੱਕ ਦਾ ਪ੍ਰਸੰਗ ਅਸੀਂ ਆਪ ਜੀ ਨਾਲ ਸਾਂਝਾ ਕਰ ਦਿੱਤਾ ਹੈ। ਦੂਸਰਾ ਬਦਕ ਦੱਸਦੇ ਹਨ ਕਿ ਸ੍ਰੀ ਕ੍ਰਿਸ਼ਨ ਜੀ ਦੀ ਉਮਰ ਕੋਈ 120 ਬਰਸ ਦੇ ਕਰੀਬ ਹੋਈ ਹੈ। ਜਦ ਦੁਆਪਰ ਦਾ ਮਹਾਨ ਜੰਗ ਮਹਾਭਾਰਤ ਖਤਮ ਹੋ ਗਿਆ ਤਾਂ ਉਸ ਮਗਰੋਂ ਪਾਂਡਵਾਂ ਨੇ ਅਸਵਮੇਧ ਯੱਗ ਕੀਤਾ। ਤਾਂ ਉਸ ਨੂੰ ਸੰਪੂਰਨ ਕਰਨ ਲਈ ਵੀ ਭਗਵਾਨ ਕ੍ਰਿਸ਼ਨ ਜੀ ਨੇ ਉਹਨਾਂ ਦੀ ਭਾਰੀ ਸਹਾਇਤਾ ਕੀਤੀ, ਕਿਉਂਕਿ ਸ੍ਰੀ ਕ੍ਰਿਸ਼ਨ ਭਗਵਾਨ ਜੀ ਕਰਕੇ ਹੀ ਮਹਾਭਾਰਤ ਵਿੱਚ ਪਾਂਡਵਾਂ ਦੀ ਫਤਿਹ ਹੋਈ ਸੀ। ਫਿਰ ਜਦ ਅਸਵਮੇਧ ਯੱਗ ਲਈ ਘੋੜਾ ਛੱਡਿਆ ਤਾਂ ਜਰਾਸੰਧ ਨੇ ਇਹ ਘੋੜਾ ਫੜ ਲਿਆ, ਜਿਸ ਨੂੰ ਜਿੱਤਣਾ ਪਾਂਡਵਾਂ ਲਈ ਅਸੰਭਵ ਸੀ। ਤੇ ਇਹ ਕੰਸ ਦਾ ਸਹੁਰਾ ਹੋਣ ਕਰਕੇ ਕ੍ਰਿਸ਼ਨ ਜੀ ਦਾ ਭਾਰੀ ਵੈਰੀ ਸੀ। ਪਰ ਕ੍ਰਿਸ਼ਨ ਜੀ ਤੇ 14 ਵਾਰੀ ਚੜ੍ਹਾਈ ਕਰ ਸਕਣ ਦੇ ਬਾਵਜੂਦ ਵੀ ਇਹ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਿਆ ਸੀ। ਇਹ ਵੀ ਆਪਣੇ ਵਕਤ ਦਾ ਮੰਨਿਆ ਹੋਇਆ ਯੋਧਾ ਸੀ, ਪਰ ਮਹਾਭਾਰਤ ਵਿੱਚ ਇਹ ਸ਼ਾਮਲ ਨਹੀਂ ਹੋਇਆ ਸੀ। ਇਹ ਭੀਮਸੈਨ ਦੇ ਹੱਥੋਂ ਇਸ ਸਮੇਂ ਮਾਰਿਆ ਗਿਆ, ਪਰ ਕ੍ਰਿਸ਼ਨ ਭਗਵਾਨ ਜੀ ਦੇ ਦੱਸੇ ਬਿਨਾਂ ਭੀਮਸੈਨ ਜਰਾਸੰਧ ਨੂੰ ਨਹੀਂ ਮਾਰ ਸਕਦਾ ਸੀ। 27 ਦਿਨਾਂ ਦੀ ਲੜਾਈ ਵਿੱਚ ਭੀਮਸੈਨ ਨੂੰ ਹੀ ਸੱਟਾਂ ਪੇਟਾਂ ਵਧੇਰੇ ਵੱਜੀਆਂ ਸਨ, ਕਿਉਂਕਿ ਜਰਾਸੰਧ ਦਾ ਜੀਵਨ ਹੀ ਦੋ ਧੜਾਂ ਨੂੰ ਜੋੜਨ ਕਰਕੇ ਹੋਇਆ ਸੀ। ਇਸ ਲਈ ਭੀਮਸੈਨ ਨੇ ਸ੍ਰੀ ਕ੍ਰਿਸ਼ਨ ਜੀ ਦਾ ਇਸ਼ਾਰਾ ਪਾ ਕੇ ਜਰਾਸੰਧ ਨੂੰ ਲੱਤ ਤੇ ਲੱਤ ਰੱਖ ਕੇ ਪਹਿਲੇ ਵਾਂਗ ਦੋ ਫਾੜ ਕਰਕੇ ਹੀ ਰੱਖ ਦਿੱਤਾ ਸੀ। ਸੋ ਇਸ ਤਰ੍ਹਾਂ ਜਰਾਸੰਧ ਨੂੰ ਕ੍ਰਿਸ਼ਨ ਭਗਵਾਨ ਜੀ ਨੇ ਭੀਮਸੈਨ ਦੇ ਕੋਲੋਂ ਖਤਮ ਕਰਵਾਇਆ ਸੀ। ਜਰਾਸੰਧ ਦੀ ਜਨਮ ਕਥਾ ਵੀ ਬੜੀ ਵਿਚਿੱਤਰ ਹੈ। ਕਹਿੰਦੇ ਹਨ ਕਿ ਇਸ ਦੇ ਪਿਤਾ ਦੇ ਘਰ ਔਲਾਦ ਨਹੀਂ ਸੀ। ਇਸ ਨੇ ਸਾਧਾਂ ਸੰਤਾਂ ਮਹਾਤਮਾ ਦੇ ਮਗਰ ਲੱਗ ਕੇ ਇਹ ਚੀਜ਼ ਹਾਸਲ ਕਰਨੀ ਚਾਹੀ। ਕਰਦਿਆਂ ਕਰਦਿਆਂ ਇੱਕ ਐਸੇ ਸਾਧੂ ਪਾਸ ਇਸ ਦਾ ਪਿਤਾ ਪੁੱਜਾ। ਮੰਗ ਕੀਤੀ ਕਿ ਕਿਰਪਾ ਕਰਕੇ ਮੇਰੇ ਘਰ ਔਲਾਦ ਹੋਣ ਦਾ ਵਰ ਦਿਓ। ਸੰਤ ਜੀ ਬੜੇ ਉਦਾਰ ਚਿੱਤ ਤੇ ਭਜਨੀਕ ਮਹਾਤਮਾ ਸਨ। ਉਹਨਾਂ ਨੇ ਰਾਜੇ ਨੂੰ ਕਿਹਾ ਕਿ ਸਾਹਮਣੇ ਬਾਗ ਵਿੱਚੋਂ ਇੱਕ ਸੁੰਦਰ ਅੰਬ ਲਿਆਓ। ਰਾਜੇ ਨੇ ਨੌਕਰ ਨੂੰ ਭੇਜ ਕੇ ਅੰਬ ਲਿਆਂਦਾ। ਸੰਤਾਂ ਨੇ ਅੰਬ ਲੈ ਕੇ ਉਸ ਉੱਤੇ ਕੁਝ ਵੇਦ ਮੰਤਰ ਪੜ੍ਹੇ, ਕੁਝ ਹੋਰ ਜੋ ਕੁਝ ਉਹ ਵਿਧੀ ਕਰਨਾ ਚਾਹੁੰਦੇ ਸਨ ਉਹ ਕੀਤੀ। ਫਿਰ ਅੰਬ ਰਾਜੇ ਨੂੰ ਦੇ ਕੇ ਕਿਹਾ, ਇਸ ਅੰਬ ਦੇ ਖਾਣ ਵਾਲੀ ਦੇ ਘਰ ਬੜਾ ਸੂਰਮਾ ਪੁੱਤਰ ਜੰਮੇਗਾ। ਸੋ ਸੰਤਾਂ ਦੇ ਕੋਲੋਂ ਉਹ ਅੰਬ ਲੈ ਕੇ ਜਦ ਮਹੱਲਾਂ ਵਿੱਚ ਪੁੱਜਾ ਤਾਂ ਅੱਗੇ ਘਰ ਵਿੱਚ ਕਈ ਰਾਣੀਆਂ ਸਨ, ਪਰ ਦੋ ਰਾਣੀਆਂ ਨਾਲ ਉਸ ਦਾ ਬੜਾ ਪ੍ਰੇਮ ਸੀ। ਉਹਨਾਂ ਨੂੰ ਆਪਣੇ ਖਾਸ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗਾ, ਇਹ ਅੰਬ ਤੁਸੀਂ ਦੋਵੇਂ ਖਾ ਲਵੋ। ਤੁਹਾਡੇ ਦੋਹਾਂ ਦੇ ਘਰ ਸੁੰਦਰ ਪੁੱਤਰ ਜਨਮਣਗੇ। ਇਹ ਮੈਂ ਸੰਤਾਂ ਕੋਲੋਂ ਲਿਆਇਆ ਹਾਂ ਤੇ ਉਹਨਾਂ ਨੇ ਅਜਿਹਾ ਕਹਿ ਕੇ ਮੈਨੂੰ ਇਹ ਫਲ ਦਿੱਤਾ ਹੈ। ਅੱਗੇ ਰਾਣੀਆਂ ਤਾਂ ਪੁੱਤਰ ਦਾ ਨਾਂ ਸੁਣ ਕੇ ਹੀ ਖੁਸ਼ ਹੋ ਗਈਆਂ। ਖਾਲੀ ਘਰ ਵਿੱਚ ਜੇ ਪੁੱਤਰ ਦੀ ਆਸ ਹੋ ਹੀ ਜਾਵੇ ਤਾਂ ਘਰ ਵਾਲੇ ਟਹਿਲ ਜਾਂਦੇ ਹਨ। ਸੋ ਇਹੀ ਹਾਲ ਰਾਣੀਆਂ ਤੇ ਰਾਜੇ ਦਾ ਹੋਇਆ। ਪੂਰਾ ਅੰਬ ਖਾਣ ਤੋਂ 9 ਮਹੀਨੇ ਬਾਅਦ ਰਾਣੀਆਂ ਦੇ ਘਰ ਪੁੱਤਰ ਤਾਂ ਜਨਮਿਆ, ਪਰ ਅੱਧਾ ਅੱਧਾ ਦੋ ਫਾੜ। ਹੁਣ ਰਾਜੇ ਨੂੰ ਬੜਾ ਹੀ ਪਛਤਾਵਾ ਲੱਗਾ ਕਿ ਮੈਂ ਕਿੰਨੀ ਭਾਰੀ ਗਲਤੀ ਕੀਤੀ ਹੈ ਕਿ ਅੰਬ ਦੋਹਾਂ ਨੂੰ ਖਵਾਇਆ ਤੇ ਪੁੱਤਰ ਵੀ ਜਨਮੇ, ਪਰ ਦੋ ਫਾੜ। ਖੁਸ਼ੀ ਦੀ ਥਾਂ ਗਮੀ ਵਰਤ ਗਈ। ਭਾਵੇਂ ਅੱਧੇ ਅੱਧੇ ਧੜ ਜਨਮੇ ਸਨ, ਭਾਵ ਇੱਕ ਲੱਤ ਇੱਕ ਬਾਹਾਂ ਤੇ ਅੱਧ ਸਿਰ ਵਾਲਾ ਧੜ ਇੱਕ ਨੂੰ ਤੇ ਇਸੇ ਤਰ੍ਹਾਂ ਹੀ ਦੂਜੇ ਨੂੰ। ਫਿਰ ਇਹ ਦੋਵੇਂ ਹੀ ਧੜ ਜੀਵਤ ਸਨ। ਪਰ ਹੁਣ ਕੀ ਬਣ ਸਕਦਾ ਸੀ? ਰਾਜੇ ਨੇ ਦਾਈਆਂ ਨੂੰ ਕਿਹਾ ਕਿ ਇਹਨਾਂ ਨੂੰ ਦਫਨਾ ਦਿਓ, ਪਰ ਜਿਉਂਦੇ ਹੋਣ ਕਰਕੇ ਐਸਾ ਕਰਨਾ ਠੀਕ ਨਾ ਸਮਝਿਆ।
ਅਖੀਰ ਦੂਰ ਇੱਕ ਜੰਗਲ ਵਿੱਚ ਲਿਜਾ ਕੇ ਇਹਨਾਂ ਦੋਹਾਂ ਧੜਾਂ ਨੂੰ ਇੱਕ ਦਰਖਤ ਥੱਲੇ ਰੱਖ ਦਿੱਤਾ ਗਿਆ ਤੇ ਦਾਈਆਂ ਚਲੀਆਂ ਗਈਆਂ। ਪਰ ਇਹਨਾਂ ਦੋਹਾਂ ਰਾਣੀਆਂ ਨੂੰ ਜੰਮਣ ਵਾਲੇ ਜਰਾਸਿੰਧ ਨੇ ਬੜਾ ਬਲਵਾਨ ਰਾਜਾ ਹੋਣਾ ਸੀ, ਸੋ ਕੋਈ ਨਾ ਕੋਈ ਉਸਦੇ ਜੀਵਤ ਹੋਣ ਦੀ ਵਿਧ ਬਣੀ ਸੀ। ਦਾਈਆਂ ਦੇ ਚਲੇ ਜਾਣ ਮਗਰੋਂ ਉੱਥੇ ਹੀ ਸੰਤ ਜੀ ਆ ਗਏ, ਜਿਨ੍ਹਾਂ ਨੇ ਅੰਬ ਦਿੱਤਾ ਸੀ। ਉਹਨਾਂ ਨੇ ਧੜਾਂ ਵੱਲ ਨਿਗਾਹ ਮਾਰੀ ਤਾਂ ਉਹ ਜੀਵਤ ਸਨ, ਤਾਂ ਉਹਨਾਂ ਨੇ ਫੜ ਕੇ ਉਹਨਾਂ ਦੋਹਾਂ ਧੜਾਂ ਨੂੰ ਇਕੱਠਿਆਂ ਕਰ ਦਿੱਤਾ। ਫੇਰ ਕੀ ਸੀ, ਦੋਵੇਂ ਧੜ ਜੁੜ ਗਏ, ਪੂਰੇ ਬੱਚੇ ਹੋਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸੰਤਾਂ ਨੇ ਰਾਜੇ ਦੇ ਮਹੱਲਾਂ ਵਿੱਚ ਕਿਸੇ ਆਦਮੀ ਦੇ ਹੱਥ ਸੁਨੇਹਾ ਘੱਲਿਆ ਤੇ ਰਾਜਾ ਝੱਟ ਹੀ ਆਇਆ। ਸਾਹਮਣੇ ਠੀਕ ਬੱਚਾ ਪਿਆ ਵੇਖ ਕੇ ਹੈਰਾਨ ਹੋ ਗਿਆ। ਉਸਨੇ ਝੱਟ ਹੀ ਉਸ ਨੂੰ ਘਰ ਪਹੁੰਚਾਇਆ। ਸੋ ਇਹ ਬੜਾ ਬਲਵਾਨ ਰਾਜਾ ਜਰਾਸਿੰਧ ਹੋਇਆ। ਇਸ ਨੇ ਬੜੇ ਬੜੇ ਜੰਗ ਕੀਤੇ, ਕ੍ਰਿਸ਼ਨ ਜੀ ਦੇ ਨਾਲ ਬੜੇ ਟਾਕਰੇ ਕੀਤੇ ਤੇ ਇਸ ਦੇ ਹਿਮਾਇਤੀ ਰਾਜੇ ਖੜਕ ਸਿੰਘ ਨੇ ਕਈ ਵਾਰੀ ਕ੍ਰਿਸ਼ਨ ਜੀ ਨੂੰ ਵੀ ਮੈਦਾਨ ਵਿੱਚੋਂ ਹਟਣ ਤੇ ਮਜਬੂਰ ਕਰ ਦਿੱਤਾ ਸੀ। ਸੋ ਉਹ ਜਰਾਸਿੰਧ ਹੁਣ ਜਦ ਭੀਮਸੈਨ ਵਰਗੇ ਬਲਵਾਨ ਨਾਲ ਲੜਦਾ ਸੀ ਤਾਂ ਭੀਮਸੈਨ ਕਈ ਦਿਨ ਉਸਦਾ ਕੁਝ ਵੀ ਨਹੀਂ ਵਿਗਾੜ ਸਕਿਆ, ਸਗੋਂ ਉਸਦਾ ਪੱਲਾ ਭਾਰੀ ਸੀ। ਪਰ ਜਿਉਂ ਹੀ ਕ੍ਰਿਸ਼ਨ ਭਗਵਾਨ ਜੀ ਨੇ ਦਾਤਨ ਦੁਫਾੜ ਕਰਕੇ ਸੁੱਟਣ ਦਾ ਇਸ਼ਾਰਾ ਕੀਤਾ, ਭੀਮਸੈਨ ਨੇ ਗੁਰਜ ਸੁੱਟ ਕੇ ਉਹਨੂੰ ਜੱਫਾ ਪਾ ਕੇ ਜ਼ਮੀਨ ਤੇ ਸੁੱਟਿਆ ਤੇ ਲੱਤ ਤੇ ਲੱਤ ਰੱਖ ਕੇ ਦੁਫਾੜ ਕਰ ਦਿੱਤਾ। ਇਉਂ ਉਸ ਸਮੇਂ ਤੋਂ ਲੱਤ ਤੇ ਲੱਤ ਰੱਖ ਕੇ ਚੀਰ ਦਿਆਂਗਾ, ਇਹ ਜਿਹੜਾ ਮੁਹਾਵਰਾ ਬਣ ਗਿਆ। ਸੋ ਅਸਵਮੇਧ ਜਗ ਤੋਂ ਮਗਰੋਂ ਪਾਂਡਵਾਂ ਨੇ ਜਦ ਰਾਜ ਸੰਭਾਲਿਆ ਤਾਂ ਕਲਯੁਗ ਦੇ ਲੱਛਣ ਵੇਖ ਕੇ ਉਹਨਾਂ ਨੇ ਰਾਜ ਭਾਗ ਛੱਡਣ ਦਾ ਪ੍ਰਣ ਕਰ ਲਿਆ। ਉਧਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਬੰਸ ਦੇ ਜਾਦਵ ਬਾਲਕਾਂ ਨੇ ਇੱਕ ਵਾਰ ਦੁਰਬਾਸ਼ਾ ਰਿਖੀ ਜੀ ਨਾਲ ਮਖੌਲ ਕੀਤਾ। ਮਖੌਲ ਇਉਂ ਕੀਤਾ ਕਿ ਇੱਕ ਮੁੰਡੇ ਨੂੰ ਉਹਨਾਂ ਲੜਕੀ ਬਣਾ ਲਿਆ, ਉਸ ਦਾ ਪੇਟ ਇਉਂ ਵੱਡਾ ਬਣਾਇਆ ਜਿਵੇਂ ਕਿ ਗਰਭਵਤੀ ਇਸਤਰੀ ਦਾ ਹੁੰਦਾ ਹੈ। ਸੋ ਇਉਂ ਨਕਲੀ ਲੜਕੀ ਬਣਾ ਕੇ ਇਹ ਜਾਦਵ ਲੜਕੇ ਜੰਗਲ ਵਿੱਚ ਚਲੇ ਗਏ, ਜਿੱਥੇ ਦੁਰਬਾਸ਼ਾ ਰਿਖੀ ਜੀ ਤਪ ਕਰ ਰਹੇ ਸਨ। ਉੱਥੇ ਪੁੱਜੇ, ਦੁਰਬਾਸ਼ਾ ਜੀ ਨੂੰ ਕਹਿਣ ਲੱਗੇ, ਗੁਰੂਦੇਵ ਜੀ, ਸਾਨੂੰ ਇਹ ਦੱਸੋ ਕਿ ਇਸ ਲੜਕੀ ਦੇ ਪੇਟੋਂ ਕੀ ਜਨਮੇਗਾ। ਤਤਵੇਤਾ ਦੁਰਬਾਸ਼ਾ ਰਿਖੀ ਜੀ ਨੇ ਬਾਲਕਾਂ ਨੂੰ ਝਿੜਕਿਆ ਕਿ ਜਾਓ, ਸਾਧੂਆਂ ਮਹਾਤਮਾ ਨਾਲ ਮਖੌਲ ਨਹੀਂ ਕਰੀਦਾ, ਭੱਜ ਜਾਓ ਇੱਥੋਂ। ਪਰ ਬਾਲ ਹੱਠ ਐਵੇਂ ਤਾਂ ਨਹੀਂ ਨਾ ਗਿਣਿਆ। ਬਾਲਕ ਰਿਖੀ ਜੀ ਦੇ ਮਗਰ ਪੈ ਗਏ ਕਿ ਨਹੀਂ, ਸਾਨੂੰ ਜ਼ਰੂਰ ਦੱਸੋ। ਇਹ ਦੇਖ ਕੇ ਰਿਖੀ ਜੀ ਨੂੰ ਗੁੱਸਾ ਆ ਗਿਆ। ਕਹਿਣ ਲੱਗੇ, ਜਾਓ, ਇਸ ਵਿੱਚੋਂ ਉਹ ਪੈਦਾ ਹੋਵੇਗਾ ਜੋ ਤੁਹਾਡੀ ਬੰਸ ਦਾ ਨਾਸ ਕਰ ਦੇਵੇਗਾ। ਇਹ ਸੁਣ ਕੇ ਜਾਦਵ ਬਾਲਕਾਂ ਦੀਆਂ ਅੱਖਾਂ ਖੁੱਲੀਆਂ। ਪਰ ਹੁਣ ਕੀ ਹੋ ਸਕਦਾ ਸੀ, ਤੀਰ ਕਮਾਨ ਵਿੱਚੋਂ ਛੁੱਟ ਚੁੱਕਾ ਸੀ। ਸ਼ਰਾਬ ਲੈ ਕੇ ਘਰਾਂ ਨੂੰ ਮੁੜ ਆਏ। ਸੋ ਇਸ ਸ਼ਰਾਪ ਅਨੁਸਾਰ ਵਿਭਾਸ਼ ਤੀਰਥ ਦੇ ਕੰਢੇ ਤੇ ਜਾਦਵਾਂ ਦਾ ਭਾਰੀ ਇਕੱਠ ਹੋਇਆ। ਇਕੱਠ ਦੀ ਗਿਣਤੀ ਕਰੋੜਾਂ ਤੋਂ ਵਧੇਰੇ ਸੀ। ਸ਼ਰਾਬ ਨੂੰ ਪੂਰਾ ਕਰਨ ਲਈ ਕੀ ਹੋਇਆ, ਉੱਥੇ ਜਾਦਵਾਂ ਨੇ ਸ਼ਰਾਬ ਪੀਤੀ ਤੇ ਸ਼ਰਾਬੀ ਹੋਏ ਹੋਏ ਉਹ ਆਪਸ ਵਿੱਚ ਲੜ ਪਏ। ਉੱਥੇ ਉੱਚੀ ਉੱਚੀ ਤੇ ਤਿੱਖੀ ਦੱਬ ਉੱਗੀ ਹੋਈ ਸੀ। ਜਾਦਵਾਂ ਨੇ ਉਸੇ ਦੱਬ ਤੋਂ ਹੀ ਲੜਨ ਦਾ ਕੰਮ ਲਿਆ। ਇੱਕ ਦੂਜੇ ਦੀਆਂ ਅੱਖਾਂ ਤੇ ਬਾਹਾਂ ਵਿੱਚ ਉਹੀ ਤੀਲੇ ਖਬੋ ਖਬੋ ਕੇ ਲਹੂ ਲੁਹਾਨ ਹੋ ਗਏ, ਫਿਰ ਤੇਗੀ ਹੋ ਪਏ। ਉਧਰ ਜਿੰਨੇ ਵੀ ਉੱਥੇ ਗਏ ਸਨ ਸਭ ਖਤਮ ਹੋ ਗਏ। ਉਧਰ ਕ੍ਰਿਸ਼ਨ ਭਗਵਾਨ ਜੀ ਵੀ ਇਸੇ ਤੀਰਥ ਤੋਂ ਦੂਰ ਜੰਗਲ ਵਿੱਚ ਜਾ ਪੁੱਜੇ। ਇਕਾਂਤ ਅਖਤਿਆਰ ਕਰ ਲਈ। ਉਹਨਾਂ ਨੇ ਆਪਣੇ ਗੁਰੂਦੇਵ ਦੇ ਸ਼ਰਾਪ ਨੂੰ ਅਟੱਲ ਜਾਣ ਲਿਆ। ਫਿਰ ਕੀ ਹੋਇਆ, ਜਦ ਦੁਰਬਾਸ਼ਾ ਜੀ ਨੇ ਸ਼ਰਾਪ ਦਿੱਤਾ ਸੀ ਤਾਂ ਉਹਨਾਂ ਜਾਦਵ ਲੜਕਿਆਂ ਨੇ ਨਕਲੀ ਲੜਕੀ ਦੇ ਪੇਟ ਤੇ ਬੰਨੀ ਹੋਈ ਲੋਹੇ ਦੀ ਬਾਟੀ ਨੂੰ ਸਮੁੰਦਰ ਦੇ ਕੰਢੇ ਤੇ ਪੱਥਰ ਦੀ ਸਿਲ ਉੱਤੇ ਰਗੜਨਾ ਸ਼ੁਰੂ ਕਰ ਦਿੱਤਾ। ਉਹਨਾਂ ਖਿਆਲ ਕੀਤਾ ਕਿ ਇਸ ਬਾਟੀ ਦਾ ਨਾਮੋ ਨਿਸ਼ਾਨ ਹੀ ਨਾ ਰਹਿਣ ਦਿੱਤਾ ਤਾਂ ਕੀ ਹੋ ਜਾਵੇਗਾ। ਸੋ ਹੌਲੀ ਹੌਲੀ ਉਹਨਾਂ ਨੇ ਬੜੀ ਮਿਹਨਤ ਕੀਤੀ ਤੇ ਬਾਟੀ ਨੂੰ ਰਗੜ ਰਗੜ ਕੇ ਸਾਰੀ ਨੂੰ ਘਸਾ ਦਿੱਤਾ।
ਪਰ ਹੁਣ ਬਾਟੀ ਦੀ ਬਾਕੀ ਕਾਤਰ ਜਿਹੜੀ ਅਖੀਰ ਰਹਿ ਗਈ, ਜੋ ਹੱਥ ਵਿੱਚ ਚੰਗੀ ਤਰ੍ਹਾਂ ਫੜੀ ਨਹੀਂ ਸੀ ਜਾਂਦੀ ਤੇ ਕਸਾਈ ਨਹੀਂ ਸੀ ਜਾ ਸਕਦੀ, ਉਹਨਾਂ ਨੇ ਉਹ ਤਿੱਖੀ ਹੋਈ ਕਾਤਰ ਸਮੁੰਦਰ ਵਿੱਚ ਸੁੱਟ ਪਾਈ ਕਿ ਬਸ ਹੁਣ ਇਸ ਵਿੱਚੋਂ ਕੀ ਜਨਮਣਾ ਹੈ ਤੇ ਕੀ ਹੋਣਾ ਹੈ। ਪਰ ਜਾਦਵਾਂ ਦੀ ਸਿਰਮੌਰ ਕ੍ਰਿਸ਼ਨ ਭਗਵਾਨ ਜੀ ਨੂੰ ਤਾਂ ਇਸੇ ਕਾਤਰ ਨੇ ਹੀ ਖਤਮ ਕਰਨਾ ਸੀ, ਪਰ ਉਹ ਆਪਣਾ ਕੰਮ ਕਰਕੇ ਚਲੇ ਗਏ। ਫਿਰ ਕੀ ਹੋਇਆ, ਉਸ ਕਾਤਰ ਨੂੰ ਇੱਕ ਮੱਛੀ ਨੇ ਕੁਝ ਖਾਣ ਵਾਲੀ ਚੀਜ਼ ਜਾਣ ਕੇ ਅਸ਼ੋਪ ਹੀ ਆਪਣੇ ਅੰਦਰ ਲੰਘਾ ਲਿਆ, ਪਰ ਉਸ ਲੋਹੇ ਦੀ ਚੀਜ਼ ਨੇ ਉਹਨੂੰ ਤੜਪਾ ਦਿੱਤਾ। ਉਹ ਘਾਬਰੀ ਹੋਈ, ਕਦੇ ਉੱਪਰ ਕਦੇ ਥੱਲੇ ਆਉਂਦੀ ਸੀ, ਪਰ ਅਖੀਰ ਛੋਟੇ ਛੋਟੇ ਪਾਣੀ ਵਿੱਚ ਅਜੇ ਉਹ ਬੇਹੋਸ਼ ਜਿਹੀ ਹੋ ਕੇ ਤੜਪ ਰਹੀ ਸੀ। ਉਧਰੋਂ ਮਾਹੀਗੀਰ ਮਛਲੀਆਂ ਫੜਨ ਵਾਲਾ ਆ ਗਿਆ। ਇਹ ਮਾਹੀਗੀਰ ਸ਼ਿਕਾਰੀ ਵੀ ਸੀ, ਤੀਰ ਕਮਾਨ ਆਪਣੇ ਪਾਸ ਰੱਖਦਾ ਸੀ। ਉਸਨੇ ਜਾਲ ਲਾਇਆ, ਜਿਸ ਵਿੱਚ ਤੜਪਦੀ ਹੋਈ ਮੱਛੀ ਵੀ ਹੋਰ ਮੱਛੀਆਂ ਦੇ ਨਾਲ ਆ ਕੇ ਫਸ ਗਈ। ਉਸੇ ਮੱਛੀ ਵਿੱਚੋਂ ਜਦ ਸ਼ਿਕਾਰੀ ਨੂੰ ਤੇਜ਼ ਧਾਰ ਵਾਲੀ ਕਾਤਰ ਮਿਲੀ ਤਾਂ ਉਸਨੇ ਉਸ ਨੂੰ ਬੜੀ ਚੀਜ਼ ਵਧੀਆ ਜਾਣ ਕੇ ਤੀਰ ਦੇ ਅੱਗੇ ਲਾ ਲਿਆ ਤੇ ਸ਼ਿਕਾਰ ਖੇਡਣ ਤੁਰ ਪਿਆ। ਉਧਰ ਕ੍ਰਿਸ਼ਨ ਭਗਵਾਨ ਜੀ ਜੰਗਲ ਵਿੱਚ ਇੱਕ ਇਕਾਂਤ ਥਾਂ ਠਹਿਰੇ ਹੋਏ ਸਨ। ਉਹ ਗੋਡੇ ਉੱਤੇ ਪੈਰ ਰੱਖ ਕੇ ਸੁੱਤੇ ਪਏ ਸਨ ਕਿ ਸ਼ਿਕਾਰੀ ਵੀ ਫਿਰਦਾ ਫਿਰਦਾ ਉਧਰ ਜਾ ਨਿਕਲਿਆ। ਕ੍ਰਿਸ਼ਨ ਜੀ ਦੇ ਪੈਰ ਵਿੱਚ ਪਦਮ ਸੀ, ਜੋ ਬਹੁਤ ਚਮਕਦਾ ਹੈ। ਸ਼ਿਕਾਰੀ ਨੂੰ ਦੂਰੋਂ ਇਹ ਪਦਮ ਨਜ਼ਰ ਆਇਆ ਤਾਂ ਉਸਨੇ ਸਮਝਿਆ ਇਹ ਕੋਈ ਹਿਰਨ ਹੈ, ਜਿਸ ਦੀਆਂ ਅੱਖਾਂ ਦਾ ਲਿਸ਼ਕਾਰਾ ਉਸ ਨੂੰ ਨਜ਼ਰ ਆਇਆ ਹੈ। ਉਸਨੇ ਮਿਰਗ ਸਮਝ ਕੇ ਉਸੇ ਉੱਤੇ ਤੀਰ ਚਲਾਇਆ, ਜਿਸ ਉੱਤੇ ਉਹ ਬਾਟੀ ਦੀ ਕਾਤਰ ਲਾਈ ਹੋਈ ਸੀ। ਉਹ ਤੀਰ ਕੱਢਿਆ ਤੇ ਚਲਾਇਆ। ਉਸਨੇ ਨਿਸ਼ਾਨਾ ਲਾ ਕੇ ਤੀਰ ਸਿੱਧਾ ਛੱਡ ਦਿੱਤਾ, ਜਿਸ ਨੂੰ ਭਾਈ ਗੁਰਦਾਸ ਜੀ ਲਿਖਦੇ ਹਨ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ, ਚਰਨ ਕਵਲ ਵਿੱਚ ਪਦਮ ਹੈ, ਝਿਲਮਿਲ ਝਲ ਕੇ ਵਾਂਗੀ ਤਾਰੇ, ਬਦਕ ਆਇਆ ਭਾਲਦਾ, ਮਿਰਗੈ ਜਾਣ ਬਾਣੂ ਲੈ ਮਾਰੇ। ਉਸ ਬਦਕ ਦਾ ਤੀਰ ਨਿਸ਼ਾਨੇ ਤੇ ਵੱਜਾ। ਸ਼ਿਕਾਰੀ ਨੂੰ ਬੜੀ ਖੁਸ਼ੀ ਹੋਈ ਤੇ ਹਿਰਨ ਲੈ ਹੈ ਫੜਨ ਦੇ ਖਿਆਲ ਨਾਲ ਉਹ ਅੱਗੇ ਹੋਇਆ। ਪਰ ਉੱਥੇ ਜਾ ਕੇ ਉਸਨੇ ਹੋਰ ਹੀ ਨਜ਼ਾਰਾ ਵੇਖਿਆ ਕਿ ਕ੍ਰਿਸ਼ਨ ਭਗਵਾਨ ਜੀ ਦੇ ਪੈਰ ਵਿੱਚ ਤੀਰ ਵੱਜਾ ਹੋਇਆ ਹੈ। ਉਸ ਵਿੱਚੋਂ ਫਰਲ ਫਰਲ ਲਹੂ ਵਗ ਰਿਹਾ ਸੀ। ਵੱਜੇ ਤੀਰ ਨੂੰ ਵੇਖ ਕੇ ਕ੍ਰਿਸ਼ਨ ਭਗਵਾਨ ਜੀ ਉੱਠ ਕੇ ਬੈਠ ਗਏ। ਉਹ ਤੀਰ ਕੱਢ ਰਹੇ ਸਨ। ਸ਼ਿਕਾਰੀ ਨੇ ਪਛਾਣ ਲਿਆ ਕਿ ਇਹ ਤਾਂ ਭਗਵਾਨ ਕ੍ਰਿਸ਼ਨ ਜੀ ਹਨ। ਬੜਾ ਦੁੱਖ ਹੋਇਆ ਤੇ ਢਹਿ ਕੇ ਚਰਨਾਂ ਤੇ ਡਿੱਗ ਪਿਆ ਕਿ ਗਿਆ ਕੇ ਬੋਲਿਆ, ਭਗਵਾਨ ਮੈਨੂੰ ਖਿਮਾ ਕਰੋ, ਮੈਨੂੰ ਨਹੀਂ ਸੀ ਪਤਾ ਤੁਸੀਂ ਹੋ। ਮੈਂ ਤਾਂ ਹਿਰਨ ਸਮਝ ਕੇ ਬਾਣ ਚਲਾਇਆ ਸੀ। ਕ੍ਰਿਸ਼ਨ ਭਗਵਾਨ ਜੀ ਨੇ ਬਦਕ ਨੂੰ ਗਲ ਨਾਲ ਲਾ ਲਿਆ। ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਭਾਵੀ ਦਾ ਕੌਤਕ ਇਸ ਤਰ੍ਹਾਂ ਹੀ ਵਰਤਣਾ ਸੀ, ਤੇਰਾ ਕੋਈ ਦੋਸ਼ ਨਹੀਂ। ਇਹ ਸਾਡੇ ਬੰਸ ਦੇ ਬਾਲਕਾਂ ਦਾ ਦੋਸ਼ ਹੈ, ਜਿਨ੍ਹਾਂ ਨੇ ਗੁਰੂ ਦੇਵ ਜੀ ਦੁਰਬਾਸ਼ਾ ਜੀ ਨਾਲ ਹਾਸਾ ਕੀਤਾ ਸੀ। ਬਾਣੀ ਦਾ ਬਚਨ ਹੈ, ਦੁਰਬਾਸਾ ਸਿਉ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਇਹ ਕਹਿ ਕੇ ਰੋਂਦੇ ਬਦਕ ਨੂੰ ਚੁੱਪ ਕਰਾਇਆ, ਧੀਰਜ ਦਿੱਤੀ ਤੇ ਫਿਰ ਬਦਕ ਨੂੰ ਅਸਲ ਵਾਕਿਆਤ ਦੱਸ ਕੇ ਕਿਹਾ ਕਿ ਸਾਡਾ ਹੁਣ ਅੰਤ ਸਮਾਂ ਹੈ, ਅਸੀਂ ਪ੍ਰਾਣ ਛੱਡ ਕੇ ਪਰਲੋਕ ਨੂੰ ਚੱਲੇ ਜਾਣਾ ਹੈ। ਬਦਕ ਇਹ ਸੁਣ ਕੇ ਤੜਪ ਪਿਆ, ਪਰ ਕੀ ਕਰਦਾ। ਭਗਵਾਨ ਕ੍ਰਿਸ਼ਨ ਜੀ ਨੇ ਉਸ ਵੇਲੇ ਪ੍ਰਾਣ ਤਿਆਗ ਦਿੱਤੇ। ਉਧਰ ਬਦਕ ਬੜਾ ਉਦਾਸ ਖੜਾ ਸੀ ਕਿ ਮੈਥੋਂ ਬੜਾ ਵੱਡਾ ਭਾਰੀ ਪਾਪ ਹੋਇਆ ਹੈ। ਭਗਵਾਨ ਉੱਤੇ ਮੇਰੀ ਅਕਲ ਦੇ ਅੰਨੇ ਕੋਲੋਂ ਤੀਰ ਕਿਉਂ ਛੁੱਟ ਗਿਆ। ਉਸੇ ਚਿੰਤਾ ਵਿੱਚ ਹੀ ਉਸ ਖੜਾ ਖੜੋਤਾ ਡਿੱਗ ਪਿਆ। ਉਸ ਦੇ ਪ੍ਰਾਣ ਵੀ ਉਸੇ ਵੇਲੇ ਪੰਖੇਰੂ ਹੋ ਗਏ। ਉਹ ਪ੍ਰੇਮ ਭਾਵਨਾ ਉਸ ਨੂੰ ਸਿੱਧਾ ਬੈਕੁੰਠਪੁਰੀ ਵਿੱਚ ਲੈ ਗਈ ਤੇ ਸਾਰੀ ਉਮਰ ਜੀ ਮਾਰਨਾ ਵਾਲਾ ਨਿਰਦਈ ਬਦਕ ਅੰਤ ਸਮੇਂ ਦੇ ਉਮੜੇ ਹੋਏ ਪ੍ਰੇਮ ਤੇ ਪਛਤਾਵੇ ਦੇ ਕਾਰਨ ਮੁਕਤ ਹੋ ਗਿਆ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।